मेरा नाम अमरदीप सिंह है। मेरी पैदाइश गोरखपुर यूपी ਵਿੱਚ ਹੋਈ ਹੈ ਤੇ ਮੇਰੀ ਐਜੂਕੇਸ਼ਨ ਡੂਨ ਸਕੂਲ ਦੇਹਰਾਦੂਨ, ਉਸ ਤੋਂ ਬਾਅਦ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕਰਨ ਤੋਂ ਬਾਅਦ USA ਯੂਨੀਵਰਸਿਟੀ ਆਫ ਸ਼ਿਕਾਗੋ ਤੋਂ ਮੈਂ MBA ਦੀ ਡਿਗਰੀ ਹਾਸਲ ਕੀਤੀ ਹੈ। ਕਾਰਪੋਰੇਟ ਜਗਤ ਦੇ ਅੰਦਰ ਮੇਰਾ ਕੋਈ 25 ਕੁ ਸਾਲ ਦਾ ਸਫ਼ਰ ਅਮਰੀਕਨ ਐਕਸਪ੍ਰੈਸ ਵਿੱਚ ਗੁਜ਼ਰਿਆ ਹੈ, ਜਿਹਦੇ ਅੰਦਰ ਮੈਂ ਇੰਡੀਆ ਵਿੱਚ ਬੰਬੇ, ਦਿੱਲੀ, ਮਦਰਾਸ ਵਿੱਚ ਸਰਵਿਸ ਕਰਨ ਤੋਂ ਬਾਅਦ 1999 ਵਿੱਚ ਮੇਰਾ ਟ੍ਰਾਂਸਫਰ ਹਾਂਗਕਾਂਗ ਹੋਇਆ ਸੀਗਾ। ਉਸ ਤੋਂ ਉਪਰੰਤ 2001 ਵਿੱਚ ਮੈਂ ਸਿੰਗਾਪੁਰ ਆ ਗਿਆ ਸੀਗਾ। ਸਿੰਗਾਪੁਰ ਵਿੱਚ ਅਮਰੀਕਨ ਐਕਸਪ੍ਰੈਸ ਦੀ ਸਰਵਿਸ ਕਰਦੇ ਕਰਦੇ ਮੈਂ ਏਸ਼ੀਆ ਪੈਸੀਫਿਕ ਰੀਜਨ ਦਾ ਰੈਵਨਿਊ ਮੈਨੇਜਮੈਂਟ ਦਾ ਹੈੱਡ ਬਣ ਗਿਆ ਸੀਗਾ ਤੇ 2014 ਦੇ ਅੰਦਰ ਜਦੋਂ ਮੈਂ ਆਪਣੀ ਅਮਰੀਕਨ ਐਕਸਪ੍ਰੈਸ ਦੀ ਸਰਵਿਸ ਛੱਡੀ, ਕੁਝ ਕਾਰਨਵਸ਼ ਮੇਰੇ ਮਨ 'ਚ ਤੇ ਇਹੀ ਸੀਗਾ ਕਿ ਇੱਕ ਹੋਰ ਜੌਬ ਪਿਕਅਪ ਕਰ ਲਾਂਗੇ ਸਿੰਗਾਪੁਰ ਦੇ ਅੰਦਰ, ਲੇਕਿਨ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ। ਕਿਉਂਕਿ 2014 ਦੇ ਅੰਦਰ ਜੋ ਮੈਂ ਆਪਣੀ ਜੌਬ ਛੱਡੀ, ਮੇਰੇ ਮਨ 'ਚ ਇੱਕ ਫੁਰਨਾ ਆਇਆ ਕਿ ਕਿਉਂ ਸਾਡੀ ਜਿਹੜੀ ਕੌਮ, ਸਿੱਖ ਜਗਤ ਦੀ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਹੈ, ਉਹਨਾਂ ਕੋਲ ਅਗਰ ਅਸੀਂ ਪੁੱਛਦੇ ਹਾਂ ਕਿ ਤੁਹਾਨੂੰ ਪਾਕਿਸਤਾਨ ਜਾਣ ਦਾ ਅਗਰ ਮੌਕਾ ਮਿਲੇ ਤੇ ਉਹ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਜ਼ਿਆਦਾ ਕੋਈ ਵੱਧ ਕੁਝ ਸੋਚਦਾ ਹੀ ਨਹੀਂ ਹੈ। ਕਿਉਂਕਿ ਮੈਂ 17 ਸਾਲ ਦੀ ਉਮਰ ਤੋਂ ਤਾਰੀਖ ਪੜ੍ਹ ਰਿਹਾ ਸੀਗਾ ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਜੋ ਤਾਰੀਖ ਵਿੱਚ ਲਿਖਿਆ ਗਿਆ ਹੈ, ਜਿਹਦੇ ਅੰਦਰ ਇੱਕ ਮਾਈਟੀ ਇੰਪਾਇਰ, ਸਿੱਖ ਰਾਜ ਜਿਹੜਾ ਲਾਹੌਰ ਦਰਬਾਰ ਦਾ ਇੱਕ ਸੈਕੂਲਰ ਰਾਜ ਸੀਗਾ, ਸਾਂਝੀਵਾਲਤਾ ਵਾਲਾ ਇੱਕ ਪ੍ਰਤੀਕ ਸੀਗਾ, ਅੱਜ ਕਿਉਂ ਸਾਡੀ ਨਵੀਂ ਪਨੀਰੀ ਉਸ ਦੇ ਬਾਰੇ 'ਚ ਕੁਝ ਜ਼ਿਆਦਾ ਨਹੀਂ ਜਾਣਦੀ। ਇੱਕ ਵਿਰਾਸਤ ਕੀ ਸਿਰਫ ਗੁਰਦੁਆਰੇ ਹੁੰਦੇ ਨੇ? ਵਿਰਾਸਤ ਤੇ ਬੜੇ ਪੱਖ ਹੁੰਦੇ ਨੇ। ਵਿਰਾਸਤ ਵਿੱਚ ਉਹ ਕਿਲੇ ਆਉਂਦੇ ਨੇ ਜਿੱਥੇ ਸਾਡੀ ਤਾਰੀਖ ਗੁਜ਼ਰੀ ਸੀਗੀ। ਵਿਰਾਸਤ ਵਿੱਚ ਆਰਟ ਆਉਂਦਾ ਹੈ, ਆਰਕੀਟੈਕਚਰ ਆਉਂਦਾ ਹੈ। ਉਹ ਜਿਹੜੀ ਨਾਨਕ ਪੰਥੀਆਂ ਦੀ ਜਿਹੜੀ ਇੱਕ ਸੁਸਾਇਟੀ ਹੈ, ਇੱਕ ਕਲਚਰ ਹੈ, ਜੋ ਇੰਡਸ ਦਰਿਆ ਦੇ ਲਾਗੇ ਸਿੰਧ, ਬਲੋਚਿਸਤਾਨ, ਪਾਕਿਸਤਾਨ ਦੇ ਪੰਜਾਬ ਦੇ ਇਲਾਕੇ ਵਿੱਚ ਜੋ 8 ਲੱਖ ਤੋਂ ਉੱਪਰ ਨਾਨਕ ਨਾਮ ਲੇਵਾ ਨਾਨਕ ਪੰਥੀ ਜੋ ਅੱਜ ਵੀ ਵਸਦੇ ਨੇ, ਉਹਨਾਂ ਨੂੰ ਉੱਥੇ ਦੇ 12 ਜਾਂ 13 ਹਜ਼ਾਰ ਸਿੱਖ ਜਿਹੜੇ ਨੇ ਉਹ ਸਿੱਖ ਨਹੀਂ ਮੰਨਦੇ, ਲੇਕਿਨ ਨਾਨਕ ਪੰਥੀ ਜਿਹੜੇ ਨੇ ਉਹ ਗੁਰੂ ਨਾਨਕ ਦੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੂਰੀ ਆਸਥਾ ਰੱਖਦੇ ਨੇ। ਇਹਨਾਂ ਨਾਨਕ ਪੰਥੀਆਂ ਦੇ ਕਲਚਰ ਦੇ ਬਾਰੇ 'ਚ ਮੈਨੂੰ ਆਪਣੇ ਵਿੱਚ ਹੀ ਫੁਰਨਾ ਆਉਂਦਾ ਸੀਗਾ ਕਿ ਇਹਨਾਂ ਦੇ ਨਾਲ ਵੀ ਮੈਂ ਬਹਿ ਕੇ ਕੁਝ ਸਮਝਾਂ ਕਿ ਸਾਡਾ ਪਾਸਟ ਕੀ ਸੀਗਾ। ਇਹ ਸਾਰੀ ਵਿਚਾਰਧਾਰਾ ਨੂੰ ਮਾਈਂਡ ਵਿੱਚ ਰੱਖਦੇ ਹੋਏ ਜਦ 2014 'ਚ ਮੈਂ ਆਪਣੀ ਜੌਬ ਛੱਡੀ ਅਮਰੀਕਨ ਐਕਸਪ੍ਰੈਸ ਵਿੱਚ, ਮੈਨੂੰ ਇਹ ਸੀਗਾ ਕਿ ਇੱਕ ਹੋਰ ਜੌਬ ਪਿਕਅਪ ਕਰਨੀ ਹੈ, ਲੇਕਿਨ ਇਹ ਮਹਿਸੂਸ ਹੋਇਆ ਕਿ ਇਹ ਮੌਕਾ ਹੈ ਕਿ ਮੈਂ ਪਾਕਿਸਤਾਨ ਜਾ ਕੇ ਆਪਣੀ ਵਿਰਾਸਤ ਨੂੰ ਸਮਝਾਂ ਤੇ ਮਹਿਸੂਸ ਕਰਾਂ। ਤੇ ਕਰਦੇ ਕਰਦੇ 30 ਕੁ ਦਿਨਾਂ ਦੇ ਅੰਦਰ ਮੈਂ 36 ਸ਼ਹਿਰ ਤੇ ਪਿੰਡ ਪਾਕਿਸਤਾਨ ਦੇ ਹੋ ਆਇਆ ਤੇ ਮੈਂ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ। ਉਹ ਲਿਖਦੇ ਲਿਖਦੇ 1 ਸਾਲ ਹੋ ਗਿਆ। 1 ਸਾਲ ਦੇ ਅੰਦਰ ਕਿਤਾਬ ਪਬਲਿਸ਼ ਹੋਈ ਤੇ 2016 ਜਨਵਰੀ ਦੇ ਅੰਦਰ ਜਦੋਂ ਕਿਤਾਬ ਮਾਰਕੀਟ ਵਿੱਚ ਆਈ ਹੈ, ਜਿਹਦਾ ਨਾਮ ਲੌਸਟ ਹੈਰੀਟੇਜ ਦ ਸਿੱਖ ਲੈਗੇਸੀ ਇਨ ਪਾਕਿਸਤਾਨ, ਉਸ ਤੋਂ ਬਾਅਦ ਜਦੋਂ ਮੈਂ ਸਿੰਗਾਪੁਰ ਵਾਪਸ ਆਇਆ ਤੇ ਮੈਨੂੰ ਮਹਿਸੂਸ ਹੋਇਆ ਕਿ ਕਿਤਾਬ ਜਿਹੜਾ ਇੱਕ ਲੇਖਕ ਲਿਖਦਾ ਹੈ, ਉਹਨੂੰ ਇਸ ਇੱਕ ਮੌਕੇ ਤੇ ਆ ਕੇ ਉਸਨੂੰ ਉਸ ਕਿਤਾਬ ਨੂੰ ਛੱਡਣਾ ਹੀ ਪੈਣਾ ਉਹਨੂੰ। ਤੇ ਮੈਨੂੰ ਮਹਿਸੂਸ ਹੋਇਆ ਕਿ ਇਹ ਵਕਤ ਹੁਣ ਆ ਗਿਆ ਹੈ ਕਿ ਹੁਣ ਕਿਤਾਬ ਦੇ ਆਪਣੇ ਪੈਰ ਨਿਕਲ ਆਏ ਨੇ, ਇਹਨੇ ਚੱਲਣਾ ਸ਼ੁਰੂ ਕਰਤਾ ਹੈ। ਮੈਨੂੰ ਹੁਣ ਜਾ ਕੇ ਇੱਕ ਜੌਬ ਪਿਕਅਪ ਕਰ ਲੈਣੀ ਚਾਹੀਦੀ ਹੈ। ਜਦੋਂ ਮੈਂ ਜੌਬ ਪਿਕਅਪ ਕੀਤੀ, ਮੇਰਾ ਮਨ ਅਜੇ ਵੀ ਇਸ ਜੌਬ ਵਿੱਚ ਨਹੀਂ ਸੀਗਾ, ਕਿਉਂਕਿ ਮੈਨੂੰ ਰਾਤੀ ਸੁਪਨੇ ਆਉਂਦੇ ਸਨ ਜਮਰੋਦ ਦੇ ਕਿਲੇ ਦੇ। ਕਿਉਂਕਿ ਪਹਿਲੀ ਕਿਤਾਬ ਦੇ ਰਿਸਰਚ ਦੇ ਦੌਰਾਨ ਮੈਂ ਜਦੋਂ ਜਮਰੋਦ ਤੱਕ ਪਹੁੰਚਿਆ ਸੀਗਾ, ਜਿੱਥੇ ਹਰੀ ਸਿੰਘ ਨਲਵਾ ਦੀ ਡੈਥ ਹੋਈ ਸੀਗੀ ਖਾਈਬਰ ਪਾਸ ਦੇ ਨੇੜੇ, ਮੈਂ ਉਸ ਵਕਤ ਜਮਰੋਦ ਦੇ ਕਿਲੇ ਦੇ ਅੰਦਰ ਨਹੀਂ ਜਾ ਸਕਿਆ ਸੀਗਾ। ਉਹ ਕਹਿੰਦੇ ਨੇ ਜਦੋਂ ਤੁਸੀਂ ਆਪਣੇ ਦਿਲੋਂ ਕੁਝ ਮੰਗਦੇ ਹੋ ਔਰ ਦਿਲ ਵਿੱਚ ਬੜੀ ਵੱਡੀ ਤਾਂਘ ਹੁੰਦੀ ਹੈ ਤੇ ਕਾਇਨਾਤ ਆਪਣੇ ਆਪ ਆ ਕੇ ਉਸ ਚੀਜ਼ ਨੂੰ ਗਲਵਕੜੀ 'ਚ ਪਾ ਕੇ ਤੁਹਾਡੇ ਨਾਲ ਮਿਲ ਕੇ ਤੁਹਾਡਾ ਕੰਮ ਕਰਾਉਣ 'ਚ ਮਦਦ ਕਰਦੀ ਹੈ। ਮੈਨੂੰ ਮਹਿਸੂਸ ਹੁੰਦਾ ਹੈ ਸ਼ਾਇਦ ਮੇਰੇ ਨਾਲ ਇਹੋ ਹੀ ਹੋਇਆ, ਕਿਉਂਕਿ ਜਦੋਂ ਮੈਂ ਫਿਰ ਜਮਰੋਦ ਵੱਲ ਜਾਣ ਦੀ ਗੱਲ ਕਰ ਰਿਹਾ ਸੀਗਾ, ਮੈਨੂੰ
ਇੱਕ ਦਿਨ ਪਾਕਿਸਤਾਨ ਤੋਂ ਨਿਯੋਤਾ ਆਇਆ। ਮੈਂ ਉਹ ਨਿਯੋਤਾ ਤੇ ਐਕਸੈਪਟ ਕੀਤਾ, ਲੇਕਿਨ ਮੈਨੂੰ ਮਹਿਸੂਸ ਹੋਇਆ ਕਿ ਅਗਰ ਮੈਨੂੰ ਪਾਕਿਸਤਾਨ ਵਿੱਚ ਗਵਰਨਮੈਂਟ ਸੱਦ ਰਹੀ ਹੈ ਤੇ ਇਹੀ ਮੌਕਾ ਹੈ ਕਿ ਮੈਨੂੰ ਉਹਨਾਂ ਕੋਲੋਂ ਗੁਜ਼ਾਰਿਸ਼ ਕਰਨੀ ਚਾਹੀਦੀ ਹੈ ਕਿ ਮੇਰੇ ਵਾਸਤੇ ਜਮਰੋਦ ਦੇ ਦਰਵਾਜ਼ੇ ਖੋਲੇ ਜਾਣ। ਤੇ ਮੈਂ ਆਪਣੀ ਜੌਬ ਤੋਂ ਰਿਜ਼ਾਈਨ ਕਰਕੇ ਫੋਨ ਦੇ ਉੱਤੇ ਮੈਂ ਅੱਗੇ ਚੱਲ ਪਿਆ। ਮੈਨੂੰ ਨਹੀਂ ਪਤਾ ਸੀਗਾ ਕਿੰਨੇ ਦਿਨ ਰਹਿਣਾ ਹੈ, ਕੀ ਵੇਖਣਾ ਹੈ, ਲੇਕਿਨ ਬਹੁਤ ਖੁਸ਼ੀ ਹੈ ਕਿ ਮੈਂ ਉਹ ਡਿਸੀਜਨ ਲਿਆ 2017 ਜਨਵਰੀ ਵਿੱਚ, ਜਦੋਂ ਮੈਂ ਪਾਕਿਸਤਾਨ ਦੂਜੀ ਵਾਰੀ ਗਿਆ ਸੀਗਾ। 2018 ਜਨਵਰੀ ਵਿੱਚ ਮੇਰੀ ਦੂਜੀ ਕਿਤਾਬ ਪਬਲਿਸ਼ ਹੋਈ, ਜਿਹਦਾ ਨਾਮ ਹੈ ਦ ਕੁਐਸਟ ਕੰਟੀਨਿਊਜ਼, ਲੌਸਟ ਹੈਰੀਟੇਜ, ਦ ਸਿੱਖ ਲੈਗੇਸੀ ਇਨ ਪਾਕਿਸਤਾਨ। ਲੇਕਿਨ ਜਦੋਂ ਇਹ ਸਫ਼ਰ ਚੱਲ ਰਿਹਾ ਸੀਗਾ ਸੈਕੰਡ ਬੁੱਕ ਦਾ, ਉਸ ਦੌਰਾਨ ਕੁਦਰਤ ਦਾ ਕਰਿਸ਼ਮਾ ਸੀਗਾ ਕਿ ਮੈਨੂੰ ਮੌਕਾ ਮਿਲਿਆ ਕੁਝ ਵੀਡੀਓ ਕਲਿੱਪਸ ਬਣਾਉਣ ਦਾ ਉਹਨਾਂ ਇਲਾਕਿਆਂ ਦਾ ਵਿੱਚ, ਕਿਲਿਆਂ ਦੇ ਵਿੱਚ ਤੇ ਗੁਰਦੁਆਰੇ ਜਿਹੜੇ ਰਿਮੋਟ ਏਰੀਆਜ਼ ਦੇ ਅੰਦਰ ਅਸੀਂ ਭੁੱਲ ਚੁੱਕੇ ਹਾਂ, ਉਹ ਖਜ਼ਾਨਾ ਜਿਹੜਾ ਮੈਨੂੰ ਵੀਡੀਓ ਵਿੱਚ 12-13 ਦਿਨ ਵਿੱਚ ਵੀਡੀਓ ਕਰਨ ਦਾ ਮੌਕਾ ਮਿਲਿਆ, ਉਹ ਖਜ਼ਾਨੇ ਨੂੰ ਮੈਂ ਆਪਣੀ ਸੈਕੰਡ ਬੁੱਕ ਦੀ ਟੂਰ ਤੋਂ ਬਾਅਦ 2018 ਨਵੰਬਰ ਵਿੱਚ 2 ਡਾਕੂਮੈਂਟਰੀਜ਼ ਦੇ ਰੂਪ ਵਿੱਚ ਬਣਾਇਆ। ਪਹਿਲੀ ਡਾਕੂਮੈਂਟਰੀ ਦਾ ਨਾਮ ਹੈ ਪੀਅਰਿੰਗ ਸੋਲ, ਜਿਹੜੀ 50 ਮਿੰਟ ਦੀ ਡਾਕੂਮੈਂਟਰੀ ਹੈ, ਜਿਹਦੇ ਅੰਦਰ ਅਸੀਂ ਇੱਕ ਪੁਆਇੰਟ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਤੱਕ ਦੀ ਜਿਹੜੀ ਸਾਡੀ ਸੋਚ ਅੱਜ ਸੀਮਿਤ ਹੋ ਗਈ ਹੈ, ਸਾਡੀ ਵਿਰਾਸਤ ਉਸ ਤੋਂ ਬੜੀ ਵੱਡੀ ਸੀਗੀ। ਉਹਨੂੰ ਦਰਸਾਉਣ ਦਾ ਮੌਕਾ ਮਿਲਦਾ ਹੈ ਕਿ ਜਿਹੜੀ ਸਪਿਰਿਚੁਅਲ ਵਿਰਾਸਤ, ਗੁਰਦੁਆਰਿਆਂ ਦੀ ਵਿਰਾਸਤ ਜਿਹੜੀ ਹੈ, ਉਹਨੂੰ ਦਿਖਾਉਣ ਦਾ ਮੌਕਾ ਮਿਲ ਗਿਆ ਫੀਲਡ ਦੇ ਉੱਤੇ ਰਿਸਰਚ ਕਰਦੇ ਹੋਏ। ਇਹ 50 ਮਿੰਟ ਦੀ ਡਾਕੂਮੈਂਟਰੀ ਹੈ। ਦੂਜੀ ਡਾਕੂਮੈਂਟਰੀ ਮੈਂ ਬਣਾਈ ਜਿਹਦਾ ਨਾਮ ਹੈ ਪੀਅਰਿੰਗ ਵਾਰੀਅਰ। ਪੀਅਰਿੰਗ ਵਾਰੀਅਰ 35 ਮਿੰਟ ਦੀ ਡਾਕੂਮੈਂਟਰੀ, ਜਿਹਦੇ ਅੰਦਰ ਇੰਡਸ ਦਰਿਆ ਤੋਂ ਲੈ ਕੇ ਜਮਰੋਦ ਕਿਲੇ ਦੇ ਅੰਦਰ ਜਿਹੜੇ ਕਿਲਿਆਂ ਦੇ ਅੰਦਰ ਜਾਣ ਦਾ ਮੈਨੂੰ ਮੌਕਾ ਮਿਲਿਆ, ਉਹਨਾਂ ਨੂੰ ਦਰਸਾਉਣ ਕੇ ਮੈਂ ਇਹ ਪੁਆਇੰਟ ਦਰਸ਼ਕਾਂ ਦੇ ਅੱਗੇ ਰੱਖ ਰਹੇ ਹਾਂ ਕਿ ਅੱਜ ਅਗਰ ਸਿੱਖ ਜਗਤ ਵਿੱਚੋਂ ਕੋਈ ਵੀ ਸਿੱਖ ਅਗਰ ਜਾਂ ਤੇ ਪੰਜਾਬੀ ਅਗਰ ਲਾਹੌਰ ਜਾਂਦਾ ਹੈ ਤੇ ਡੇਰਾ ਸਾਹਿਬ ਤੋਂ ਕੁਝ ਚੰਦ ਕਦਮ ਦੂਰ ਤੇ ਹੀ ਲਾਹੌਰ ਫੋਰਟ ਹੈ। ਸਾਨੂੰ ਅਕਸਰ ਇਹ ਜਾਗਰੂਕਤੀ ਨਹੀਂ ਹੁੰਦੀ ਕਿ ਅਸੀਂ ਲਾਹੌਰ ਫੋਰਟ ਦੇ ਅੰਦਰ ਜਾ ਕੇ ਅਸੀਂ ਉਹ ਸਿੱਖ ਤਾਰੀਖ ਦੀ ਅੰਸ਼ ਨੂੰ ਮਹਿਸੂਸ ਕਰੀਏ, ਤੇ ਇਹ ਦੂਰ ਦਰਾਕੇ ਦੇ ਜਿਹੜੇ ਕਿਲੇ ਨੇ ਉਹਨਾਂ ਤੱਕ ਤੇ ਸਾਡੀ ਸੋਚ ਹੀ ਨਹੀਂ ਰਹੇਗੀ। ਤੇ ਕੁਐਸਚਨ ਇਹ ਮੈਂ ਪੋਜ਼ ਕਰ ਰਿਹਾ ਕਿ ਇਹ ਜਿਹੜੇ ਮੋਨੂਮੈਂਟਸ ਜਿਹੜੇ ਸਿੱਖ ਵਿਰਾਸਤ ਦੇ ਸਨ, ਇਹ ਕਿਲੇ ਅੱਜ ਸਾਨੂੰ ਪੁੱਛ ਰਹੇ ਨੇ ਕਿ ਤੁਸੀਂ ਕਿਉਂ ਭੁੱਲ ਗਏ ਹੋ ਸਾਨੂੰ। ਉਹ ਗੁਰਦੁਆਰੇ ਸਾਨੂੰ ਪੁੱਛ ਰਹੇ ਨੇ ਕਿ ਕਿਉਂ ਤੁਸੀਂ ਸਾਨੂੰ ਭੁੱਲ ਗਏ ਹੋ। ਅਸੀਂ ਪਾਰਟੀਸ਼ਨ ਨੂੰ ਤਾਂ ਚੇਂਜ ਨਹੀਂ ਕਰ ਸਕਦੇ ਹਾਂ, ਲੇਕਿਨ ਅਸੀਂ ਆਪਣੇ ਆਪ ਵਿੱਚ ਅਵੇਅਰਨੈਸ ਤੇ ਪਾ ਸਕਨੇ ਹਾਂ ਆਪਣੀ ਲੈਗੇਸੀ ਨੂੰ ਜਾਣਨ ਵਾਸਤੇ। ਜਦੋਂ ਇਹ 2 ਡਾਕੂਮੈਂਟਰੀਜ਼ ਤੇ 2 ਬੁੱਕਸ ਦਾ ਪ੍ਰੋਜੈਕਟ ਕੰਪਲੀਟ ਹੋ ਗਿਆ, ਮੇਰੇ ਮਨ 'ਚ ਇੱਕ ਫੁਰਨਾ ਆਇਆ, ਇੱਕ ਸਵਾਲ ਆਇਆ ਕਿ BBC ਨੇ ਇੱਕ ਡਾਕੂਮੈਂਟਰੀ ਬਣਾਈ ਹੈ ਦ ਟਰੈਵਲਸ ਆਫ ਅਲੈਗਜ਼ੈਂਡਰ ਦ ਗ੍ਰੇਟ। ਹੁਣ ਉਹਦੀ ਗ੍ਰੇਟਨੈਸ ਕੀ ਸੀਗੀ? ਲੋਕਾਂ ਨੂੰ ਮਾਰਨਾ, ਆਪਣੇ ਇੰਪਾਇਰ ਨੂੰ ਵਧਾਣਾ। ਲੇਕਿਨ ਇੱਕ ਉਹ ਗੁਰੂ ਨਾਨਕ ਜੋ ਚਲੇ, ਅਲੈਗਜ਼ੈਂਡਰ ਤੋਂ ਵੀ ਜ਼ਿਆਦਾ ਵੱਧ ਚਲੇ, ਭਾਈ ਮਰਦਾਨਾ ਦੇ ਨਾਲ ਸਿਰਫ ਇੱਕ ਆਬਜੈਕਟਿਵ ਰੱਖ ਕੇ ਕਿ ਵਨਨੈਸ ਆਫ ਮੈਨਕਾਈਂਡ, ਇੱਕ ਓੰਕਾਰ, ਇੱਕ ਦੇ ਵਾਸਤੇ ਕਿ ਸਾਰੀ ਜਗਤ ਇੱਕ ਹੈ। ਉਸ ਮੈਸੇਜ ਵਾਸਤੇ ਜਦੋਂ ਉਹ ਚਲੇ ਕਿ ਸਾਡੇ ਵਿਚਕਾਰ ਕੋਈ ਇਹੋ ਜੀ ਸੋਚ ਵਾਲਾ ਬੰਦਾ ਨਹੀਂ ਸੀਗਾ ਕਿ BBC ਨੂੰ ਕਹਿ ਸਕੇ ਕਿ ਤੁਸੀਂ ਅਲੈਗਜ਼ੈਂਡਰ ਦੀ ਡਾਕੂਮੈਂਟਰੀ ਬਣਾ ਦਿੱਤੀ, ਬਟ ਇਹਨਾਂ ਦੇ ਬਾਰੇ 'ਚ, ਇਹਨਾਂ ਦੇ ਟਰੈਵਲਸ ਦੇ ਬਾਰੇ 'ਚ ਵੀ ਇਹਨੂੰ ਕਵਰ ਕਰਨਾ ਚਾਹੀਦਾ ਹੈ। ਜਦੋਂ ਮੈਂ ਸੋਚਣਾ ਸ਼ੁਰੂ ਕੀਤਾ ਤੇ ਮੈਂ ਜਦੋਂ ਆਪਣੀ ਸਟੱਡੀਜ਼ ਦੇ ਅੰਦਰ 30 ਸਾਲ ਦੇ ਅੰਦਰ ਦੇਖਿਆ ਸੀਗਾ ਗੁਰੂ ਨਾਨਕ ਦੇ ਸਫ਼ਰ ਦੇ ਬਾਰੇ ਵਿੱਚ, ਇੱਕ ਚੀਜ਼ ਅੱਗੇ ਆਂਦੀ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਕੋਈ ਵੀ ਫੋਰਨ ਮੀਡੀਆ ਅਗਰ ਕਰਨਾ ਚਾਹਵੇ ਇਸ ਡਾਕੂਮੈਂਟਰੀ ਨੂੰ, ਇਟ ਇਜ਼ ਅ ਨਾਨ ਸਟਾਰਟਰ। ਕਹਿਣ ਦਾ ਮਤਲਬ ਭਾਵ ਇਹ ਕਿ ਉਹ ਕਰ ਹੀ ਨਹੀਂ ਸਕਦੇ, ਕਿਉਂਕਿ ਜਿੰਨੇ ਇਲਾਕਿਆਂ ਵਿੱਚ ਗੁਰੂ ਨਾਨਕ ਸਾਹਿਬ ਚਲੇ ਨੇ, ਅੱਜ ਉਹ ਇਲਾਕੇ, ਉਹਨਾਂ ਦਾ 70% ਇਲਾਕਾ ਅੱਜ ਕੌਨਫਲਿਕਟ ਜ਼ੋਨਸ ਵਿੱਚ ਹੈ। ਕੌਨਫਲਿਕਟ ਜ਼ੋਨ ਮਤਲਬ ਭਾਵ ਜਿੱਥੇ ਜੰਗਾਂ ਚੱਲ ਰਹੀਆਂ ਨੇ, ਜਿੱਥੇ ਜਾਂ ਤਾਂ ਕੋਈ ਤਾਲਿਬਾਨ ਦਾ ਇਨਫਲੂਐਂਸ ਹੈ ਜਾਂ ਤੇ ਗਵਰਨਮੈਂਟ ਨੇ ਆਪਣੇ ਆਪ ਰਿਸਟ੍ਰਿਕਸ਼ਨਸ ਲਗਾ ਰੱਖੀਆਂ ਨੇ ਕਿ ਤੁਸੀਂ ਇਹਨਾਂ ਇਲਾਕਿਆਂ ਵਿੱਚ ਫ੍ਰੀਲੀ ਨਹੀਂ ਜਾ ਸਕਦੇ। ਪਾਕਿਸਤਾਨ ਦੇ ਅੰਦਰ ਗੁਰੂ ਨਾਨਕ ਦਾ ਡਾਕੂਮੈਂਟਰੀ ਬਣਾਉਣ ਦੇ ਮੌਕੇ ਜਿਸ ਮੈਂ ਐਸਟੈਬਲਿਸ਼ਮੈਂਟਸ ਨੂੰ ਮਿਲਿਆ, ਮੈਂ ਇੱਕ ਗੱਲ ਉਹਨਾਂ ਦੇ ਅੱਗੇ ਰੱਖੀ, ਅਸੀਂ ਅੱਜ ਪਾਕਿਸਤਾਨ ਦੇ ਅੰਦਰ ਗੁਰੂ ਨਾਨਕ ਦਾ ਪੂਰਾ ਨੈਰੇਟਿਵ ਸਿਰਫ ਗੁਰਦੁਆਰੇ ਤੱਕ ਸੀਮਿਤ ਕਰ ਦਿੱਤਾ ਹੈ। ਪੰਜਾ ਸਾਹਿਬ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਿਆਲਕੋਟ, ਇੱਕ ਕੁਝ ਚੰਦ ਗੁਰਦੁਆਰਿਆਂ ਤੱਕ। ਲੇਕਿਨ ਅਗਰ ਅਸੀਂ ਸੋਚੀਏ, ਗੁਰੂ ਨਾਨਕ ਸਾਹਿਬ ਕੋਈ ਗੁਰਦੁਆਰਿਆਂ 'ਚ ਨਹੀਂ ਚਲੇ ਸੀਗੇ,
ਉਹ ਚਲੇ ਸੀਗੇ ਇਨਸਾਨੀਅਤ ਦੇ ਕਰਕੇ। ਜਿੱਥੇ ਲੋਕ ਇਕੱਠੇ ਹੁੰਦੇ ਸਨ, ਕੋਈ ਵੀ ਮਤ ਦੇ ਹੋਣ, ਅਗਰ ਉਹ ਇਕੱਠੇ ਹੁੰਦੇ ਸਨ, ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਨੇ। ਤੇ ਜਦੋਂ ਮੈਂ ਪਾਕਿਸਤਾਨ ਗਵਰਨਮੈਂਟ ਨਾਲ ਇਸ ਪ੍ਰੋਜੈਕਟ ਦੇ ਬਾਰੇ ਗੱਲ ਕੀਤੀ, ਫਿਰ ਕਾਇਨਾਤ ਨੇ ਮਦਦ ਕੀਤੀ। ਸਾਨੂੰ 100% 45 ਸਾਈਟਸ ਦੇ ਅੰਦਰ ਜਾਣ ਦਾ ਮੌਕਾ ਮਿਲਿਆ। ਅਸੀਂ ਫਿਲਮ ਕੈਮਰਾ ਦੇ ਰੂਪ ਦੇ ਵਿੱਚ ਉਹਨੂੰ ਸਾਰੇ ਚੀਜ਼ ਨੂੰ ਡਾਕੂਮੈਂਟ ਕਰ ਲਿਆ। ਅਸੀਂ ਇੰਡੀਆ ਦਾ ਕੰਮ ਹੁਣ ਦਸੰਬਰ ਤੋਂ ਸ਼ੁਰੂ ਕਰਾਂਗੇ ਤੇ ਸਾਨੂੰ 6 ਮਹੀਨੇ ਲੱਗਣਗੇ। ਉਸ ਤੋਂ ਬਾਅਦ ਸਾਨੂੰ ਕੋਈ 1 ਸਾਲ ਲੱਗੇਗਾ ਇਹ ਪੂਰਾ ਨੈਰੇਟਿਵ ਜੋੜਨ ਦੇ ਵਿੱਚ। 150 ਸਾਈਟਸ ਦੇ ਉੱਤੇ ਜਾ ਕੇ ਅਸੀਂ ਫਿਲਮ ਕੀਤਾ ਹੈ। ਅਸੀਂ ਕੋਈ ਗੁਰੂ ਨਾਨਕ ਦਾ ਪ੍ਰਤੀਕ ਨਹੀਂ ਦਿਖਾ ਰਹੇ, ਅੰਦਰ ਉਹਨਾਂ ਦਾ ਰੂਪ ਨਹੀਂ ਦਿਖਾ ਰਹੇ। ਇੱਕ ਡਾਕੂਮੈਂਟਰੀ ਹੈ ਜਿਹਦੇ ਅੰਦਰ ਅਸੀਂ ਦਰਸ਼ਕ ਨੂੰ ਲੈ ਕੇ ਚੱਲ ਰਹੇ ਹਾਂ ਆਪਣੇ ਸਫ਼ਰ ਦੇ ਉੱਤੇ, ਉਹਨਾਂ ਦੇ ਚਰਨ ਕਦਮਾਂ ਦੇ ਉੱਤੇ, ਜਿਹਦੇ ਥਰੂ ਅਸੀਂ ਗੁਰੂ ਨਾਨਕ ਦਾ ਫਲਸਫਾ ਉਹਨਾਂ ਦੇ ਟਰੈਵਲ ਦੇ ਬਹਾਨੇ ਅੱਗੇ ਰੱਖਣਾ ਚਾਹੁੰਦੇ ਹਾਂ। ਇਹ ਇੰਪੋਰਟੈਂਟ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਅੰਦਰ ਆਪਣਾ ਸਫ਼ਰ ਦੇ ਬਾਰੇ ਕੁਝ ਨਹੀਂ ਲਿਖਿਆ। ਉਹਨਾਂ ਨੇ ਸਿਰਫ ਸਾਨੂੰ ਜੀਵਨ ਜਾਂਚ ਦੱਸੀ ਹੈ। ਗੁਰੂ ਨਾਨਕ ਸਾਹਿਬ ਦਾ ਸਫ਼ਰ ਸੀਗਾ 9 ਮੁਲਕਾਂ ਦੇ ਅੰਦਰ। ਉਸ ਟਾਈਮ ਉਹ ਮੁਲਕ ਨਹੀਂ ਸੀਗੇ, ਉਸ ਟਾਈਮ ਉਹ ਸਿਰਫ ਰੀਜਨ ਸੀਗੇ। ਅੱਜ ਉਹ ਡਿਵਾਈਡ ਹੋ ਕੇ 9 ਮੁਲਕ ਬਣ ਗਏ ਨੇ। ਇਹ ਮੁਲਕ ਨੇ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਇਰਾਕ, ਈਰਾਨ, ਸਾਊਦੀ, ਤਿੱਬਤ, ਬੰਗਲਾਦੇਸ਼ ਤੇ ਸ਼੍ਰੀਲੰਕਾ। ਸਾਨੂੰ ਖੁਸ਼ੀ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਗੁਰੂ ਨਾਨਕ ਦੇ ਚਰਨ ਕਦਮ ਤੇ ਚੱਲਣ ਦਾ। ਮੈਨੂੰ ਅਕਸਰ ਲੋਕ ਪੁੱਛਦੇ ਨੇ ਕਿ ਪਾਕਿਸਤਾਨ ਦੇ ਅੰਦਰ ਜਦੋਂ ਕਿਤਾਬਾਂ ਦੇ ਵਿੱਚ, ਜਦੋਂ ਕਿਤਾਬਾਂ ਦੀ ਜਰਨੀਜ਼ ਵਾਸਤੇ ਮੈਂ ਗਿਆ ਸੀਗਾ, ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੈ? ਮੇਰਾ ਜਵਾਬ ਤੇ ਇਹੀ ਹੁੰਦਾ ਹੈ ਕਿ ਲੋਕ ਆਪਸ ਵਿੱਚ ਪਿਆਰ ਰੱਖਣਾ ਚਾਹੁੰਦੇ ਨੇ। ਅਗਰ ਤੁਸੀਂ ਮਜ਼ਹਬ ਦੀ ਦਰਾਰ ਨੂੰ ਅਲੱਗ ਰੱਖ ਦੋ, ਇਨਸਾਨ ਇਨਸਾਨ ਹੀ ਹੈ। ਹਰ ਇਨਸਾਨ ਅਮਨ ਚਾਹੁੰਦਾ ਹੈ। ਔਰ ਮੈਨੂੰ ਪਾਕਿਸਤਾਨ ਦੇ ਅੰਦਰ ਲੋਕਾਂ ਨੇ ਗਲੇ ਮਿਲ ਕੇ ਮੇਰੇ ਨਾਲ ਨਾ ਜਾਣਨ ਵਾਲੇ ਬੰਦਿਆਂ ਨੇ ਵੀ ਮਦਦ ਕੀਤੀ। ਤੇ ਇਹਦਾ ਤੇ ਸਿਰਫ ਇੱਕੋ ਹੀ ਜਵਾਬ ਹੋ ਸਕਦਾ ਹੈ ਕਿ ਲੋਕ ਚਾਹੁੰਦੇ ਨੇ ਕਿ ਅਸੀਂ ਇਕੱਠੇ ਰਹੀਏ। ਉਹ ਗੱਲ ਦੂਜੀ ਹੈ ਕਿ ਪੋਲੀਟੀਕਲ ਸਿਨੈਰੀਓਜ਼ ਦੋਵੇਂ ਕੰਟਰੀਜ਼ ਦੇ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ, ਲੇਕਿਨ ਲੋਕਾਂ ਦਾ ਪਿਆਰ ਹੀ ਜੋ ਹੈ ਜਿਹਦੇ ਕਰਕੇ ਅਸੀਂ ਇਹ 2 ਡਾਕੂਮੈਂਟਰੀਜ਼ ਪਾਕਿਸਤਾਨ ਦੇ ਉੱਤੇ ਤੇ 2 ਬੁੱਕਸ ਮੁਕੰਮਲ ਕਰ ਸਕੇ ਹਾਂ। ਜਿਸ ਦਿਨ ਇਹੋ ਜਿਹੇ ਉਪਰਾਲੇ ਦੇ ਉੱਤੇ ਹੋਰ ਵੀ ਲੋਕ ਚੱਲਣਗੇ ਤੇ ਸਾਰੀ ਲੈਗੇਸੀਜ਼ ਨੂੰ ਅਸੀਂ ਡਾਕੂਮੈਂਟ ਕਰ ਸਕਾਂਗੇ, ਉਸ ਦਿਨ ਅਸੀਂ ਕਹਾਂਗੇ ਕਿ ਸਾਡੀ ਕਲੈਕਟਿਵ ਲੈਗੇਸੀ ਨੂੰ ਅਸੀਂ ਅਗਲੀ ਜਨਰੇਸ਼ਨ ਵਾਸਤੇ ਅੱਗੇ ਰੱਖ ਚੁੱਕੇ ਹਾਂ। ਇਹ ਪ੍ਰੋਜੈਕਟ ਮੁਕੰਮਲ ਹੋਇਆ, ਲੇਕਿਨ ਇਹਦੇ ਵਾਸਤੇ ਹੋਰ ਲੋਕਾਂ ਦੀ ਪ੍ਰੇਰਣਾ ਦੀ ਲੋੜ ਹੈ, ਉਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਬਾਕੀ ਜੋ ਮੈਨੂੰ ਨਿੱਜੀ ਸਿੱਖਣ ਨੂੰ ਮਿਲਿਆ ਹੈ ਇਮਾਰਤਾਂ ਵਿੱਚੋਂ, ਪਾਕਿਸਤਾਨ ਦੀ ਗੁਰਦੁਆਰਿਆਂ ਵਿੱਚੋਂ, ਜੋ ਦੂਰ ਦਰਾਕੇ ਦੇ ਇਲਾਕਿਆਂ ਵਿੱਚ ਕਿਲੇ ਜਿਹੜੇ ਸੀਗੇ, ਮੈਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਸਾਡੇ ਬਜ਼ੁਰਗ ਜਿਹੜੇ ਸਨ ਉਹ ਬੜੇ ਦੂਰ ਅੰਦੇਸ਼ੀ ਸਨ। ਉਹ ਇੱਕ ਸਾਂਝੀਵਾਲਤਾ ਦਾ ਪ੍ਰਤੀਕ ਰੱਖਦੇ ਸਨ, ਜੋ ਅਸੀਂ ਈਸਟ ਪੰਜਾਬ ਦੇ ਅੰਦਰ ਕਾਫੀ ਹੱਦ ਤੱਕ ਆਪਣੀ ਹੈਰੀਟੇਜ ਨੂੰ ਆਪ ਹੀ ਡਿਸਟਰੋਏ ਕਰ ਦਿੱਤਾ ਹੈ। ਕਿਉਂਕਿ ਅਸੀਂ ਇੱਥੇ ਸੰਗਮਰਮਰ ਤੇ ਸੋਨਾ ਲਗਾ ਕੇ ਸਾਰੇ ਆਪਣੀ ਪੁਰਾਣੀ ਹੈਰੀਟੇਜ ਦੇ ਉੱਤੇ ਇੱਕ ਨਵਾਂ ਕੁਝ ਰੂਪ ਦੇ ਕੇ ਇੱਕ ਸਟੈਂਡਰਡ ਪ੍ਰੋਟੋਕਾਲ ਖੜਾ ਕਰ ਦਿੱਤਾ ਹੈ। ਗੁਰਦੁਆਰੇ ਦੇ ਰੂਪ ਜਿਹੜੇ ਆ ਕਿ ਤੁਸੀਂ ਪੁਰਾਣੀ ਇਹਨਾਂ ਦੋਵੇਂ ਕਿਤਾਬਾਂ ਵਿੱਚ ਦੇਖੋਗੇ, ਤੁਹਾਨੂੰ ਗੁਰਦੁਆਰੇ ਦੇ ਰੂਪ ਨਜ਼ਰ ਆਣਗੇ, ਕਿਸ ਤਰੀਕੇ ਦੇ ਰੂਪ ਹੁੰਦੇ ਸਨ ਉਸ ਟਾਈਮ, ਔਰ ਕੀ ਆਰਟ ਵਰਕ ਹੁੰਦਾ ਸੀਗਾ, ਕੀ ਉਹ ਦਿਖਾਣਾ ਚਾਹੁੰਦੇ ਸਨ। ਜਿਸ ਤਰ੍ਹਾਂ ਇੱਕ ਗੁਰਦੁਆਰੇ 'ਚ ਇੱਕ ਜਿਹੜੀ ਆਰਟ ਵਰਕ ਫ੍ਰੈਸਕੋ ਦੇ ਅੰਦਰ ਦਿਖਾ ਰਹੇ ਨੇ, ਦਰਸਾ ਰਹੇ ਨੇ ਕਿ ਇੱਕ ਲੇਡੀ ਇੱਕ ਘੋੜੇ ਦੇ ਉੱਤੇ ਬੈਠ ਕੇ ਇੱਕ ਹੰਟ ਤੇ ਜਾ ਰਹੀ ਹੈ, ਸ਼ਿਕਾਰ ਤੇ ਜਾ ਰਹੀ ਹੈ, ਤੇ ਇੱਕ ਮੇਲ ਜਿਹੜਾ ਹੈ ਉਹ ਪਿੱਛੇ ਆਪਣੇ ਘੋੜੇ ਤੇ ਬੈਠ ਕੇ ਇੱਕ ਬਾਜ਼ ਨੂੰ ਆਪਣੇ ਹੱਥ ਤੇ ਰੱਖ ਕੇ ਉਹਨੂੰ ਵੇਖ ਰਿਹਾ ਹੈ। ਬਸ ਉਸ ਤੋਂ ਪ੍ਰਤੀਕ ਮਲ ਇਹ ਪਤਾ ਚੱਲਦਾ ਹੈ ਕਿ ਵੂਮਨ ਦਾ, ਇੱਕ ਲੇਡੀ ਦਾ ਪਾਵਰ ਇਤਨਾ ਹਾਈ ਸੀਗਾ ਕਿ ਉਹ ਇੱਕ ਹੰਟ ਤੇ ਵੀ ਜਾ ਸਕਦੀ ਸੀਗੀ। ਲੇਕਿਨ ਅੱਜ ਸਾਨੂੰ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਹੈ ਕਿ ਕੀ ਅਸੀਂ ਇਹੋ ਜੀ ਆਰਟ ਵਰਕ ਨੂੰ ਖਤਮ ਕਰਕੇ ਇੱਕ ਨਵੀਂ ਪਨੀਰੀ ਵਾਸਤੇ ਸਾਰਾ ਕੁਝ ਇੱਕ ਮਾਰਬਲ ਔਰ ਵਾਈਟ ਮਾਰਬਲ ਔਰ ਗੋਲਡ ਦੇ ਰੂਪ ਵਿੱਚ ਸਿਰਫ ਇੱਕ ਮਟੀਰੀਅਲਿਜ਼ਮ ਔਰ ਇੱਕ ਵਾਈਟ ਮਾਰਬਲ ਜੋ ਇੱਕ ਪ੍ਰਤੀਕ ਹੈ ਕਿ ਤੁਸੀਂ ਬਲੈਂਕ ਵਾਈਟਨੈਸ ਤੱਕ ਰਹੋ, ਆਰਟ ਦੀ ਕੋਈ ਸਪੇਸ ਨਹੀਂ ਰੱਖੀ ਹੈ। ਇਹ ਕੀ ਸਾਡੀ ਵਿਰਾਸਤ ਵਿੱਚ ਇੱਕ ਡੂੰਗੀ ਠੇਸ ਨਹੀਂ ਪਹੁੰਚੀ ਹੈ ਕਿ ਉਹ ਚੀਜ਼ਾਂ ਅਸੀਂ ਐਕਸੈਪਟ ਨਹੀਂ ਕਰ ਸਕਦੇ ਜੋ ਪਾਕਿਸਤਾਨ ਦੇ ਖੰਡਰਾਤਾਂ ਵਿੱਚ ਨਜ਼ਰ ਆਉਂਦੀ ਹੈ। ਮੈਨੂੰ ਗੁਰਦੁਆਰਿਆਂ ਦੇ ਅੰਦਰ ਇੱਕ ਫ੍ਰੈਸਕੋ ਮਿਲਿਆ, ਇੱਕ ਆਰਟ ਮਿਲੀ ਜਿਹਦੇ ਅੰਦਰ ਸ਼ਰਵਣ ਕੁਮਾਰ ਦਾ ਪ੍ਰਤੀਕ ਦਿਖਾਇਆ ਜਾਂਦਾ ਹੈ। ਹੁਣ ਮੈਂ ਸੋਚਣਾ ਕਿ ਮੇਰੇ ਬਜ਼ੁਰਗ ਸ਼ਰਵਣ ਕੁਮਾਰ ਨੂੰ ਇੱਕ ਜਗ੍ਹਾ ਦੇਖ ਸਕਦੇ ਸਨ। ਉਹ ਸ਼ਰਵਣ ਕੁਮਾਰ ਜਿਹੜਾ ਸਾਨੂੰ ਸਿਖਾਉਂਦਾ ਹੈ ਕਿ ਆਪਣੇ ਮਾਂ ਤੇ ਪਿਤਾ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਇਹਦੇ ਵਿੱਚ ਕੋਈ ਹਿੰਦੂ, ਸਿੱਖ ਜਾਂ ਮੁਸਲਮਾਨ ਦਾ
ਦੇ ਮਜ਼ਹਬ ਦੀ ਗੱਲ ਨਹੀਂ ਆਉਂਦੀ। ਇੱਕ ਸਾਂਝੀਵਾਲਤਾ ਇੱਕ ਇਨਸਾਨੀਅਤ ਦਾ ਪ੍ਰਤੀਕ ਹੈ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਤੁਸੀਂ ਰਿਸਪੈਕਟ ਦੇਣੀ ਹੈ। ਲੇਕਿਨ ਉਹ ਚੀਜ਼ ਮੈਨੂੰ ਨਜ਼ਰ ਆਉਂਦਾ ਹੈ ਈਸਟ ਪੰਜਾਬ ਦੇ ਅੰਦਰ ਅਸੀਂ ਗਵਾਚ ਬੈਠੇ ਹਾਂ। ਨਾਨਕ ਪੰਥੀਆਂ ਦੇ ਵਿੱਚ ਰਹਿ ਕੇ ਜੋ ਮੈਨੂੰ ਸਿੱਖਣ ਨੂੰ ਮਿਲਿਆ, ਅਗਰ ਬੰਸਰੀ ਲਾਲ ਜੋ ਸਵਾਤ ਦੇ ਅੰਦਰ ਮਿੰਗੋਰਾ ਵਿੱਚ, ਮਿੰਗੋਰਾ ਗੁਰਦੁਆਰੇ ਨੂੰ ਉੱਥੇ ਸਾਰੇ ਨਾਨਕ ਪੰਥੀ ਚਲਾਉਂਦੇ ਨੇ, ਨਾ ਉਹਨਾਂ ਦਾ ਬੰਸਰੀ ਲਾਲ, ਲੇਕਿਨ ਉਹ ਆਪਣੇ ਆਪ ਨੂੰ ਇੱਕ ਸਿੱਖ ਮੰਨਦੇ ਨੇ। ਲੇਕਿਨ ਸਾਡੇ ਸਿੱਖ ਉਹਨਾਂ ਨੂੰ ਸ਼ਾਇਦ ਸਿੱਖ ਨਾ ਮੰਨਣ, ਲੇਕਿਨ ਉਹ ਡੈਫੀਨੇਟਲੀ ਜੋ ਮੈਂ ਉਹਨਾਂ ਨਾਲ ਰਹਿ ਕੇ ਦੇਖਿਆ, ਉਹ ਨਾਨਕ ਨਾਮ ਲੇਵਾ ਨੇ, ਉਹ ਸਾਡੇ ਕੋਲੋਂ ਸ਼ਾਇਦ ਬੈਟਰ ਸਿੱਖਸ ਨੇ। ਉਹਨਾਂ ਦੇ ਨਾਲ ਮਿਲ ਕੇ ਇਹ ਮਹਿਸੂਸ ਹੁੰਦਾ ਹੈ ਕਿ ਬੇਸ਼ੱਕ ਉਹ ਮੁਸਲਿਮਸ ਨੇ, ਲੇਕਿਨ ਅੱਜ ਵੀ ਗੁਰੂ ਨਾਨਕ ਉਹਨਾਂ ਦੇ ਨਾਲ ਵਸ ਰਹੇ ਨੇ। ਇੱਕ ਟਾਈਮ ਸੀਗਾ 2.5 ਲੱਖ ਨਾਨਕ ਨਾਮ ਲੇਵਾ ਨਾਨਕ ਪੰਥੀ ਉੱਥੇ ਸਨ, ਅੱਜ ਸਿਰਫ 850 ਨਾਨਕ ਪੰਥੀ ਰਹਿ ਗਏ ਨੇ। ਇਹ 30 ਸਾਲ ਦਾ ਅਫਗਾਨਿਸਤਾਨ ਦਾ ਪੋਲੀਟੀਕਲ ਆਊਟਕਮ ਹੈ ਕਿ ਲੜਾਈਆਂ ਦੇ ਕਰਕੇ, ਹੋਰ ਪ੍ਰੋਬਲਮਸ ਦੇ ਕਰਕੇ ਸਾਰੇ ਛੱਡ ਕੇ ਚਲੇ ਗਏ ਨੇ। ਗੁਰਦੁਆਰੇ ਖਾਲੀ ਨੇ, ਟੁੱਟੇ ਭੱਜੇ ਹੋਏ। ਗਰਦੇਜ਼ ਦਾ ਜਿਹੜਾ ਗੁਰਦੁਆਰਾ ਖਤਮ ਹੋ ਗਿਆ, ਉੱਥੇ ਸਿਰਫ ਇੱਕ ਫਲੈਟ ਲੈਂਡ ਹੈਗਾ। ਜਦੋਂ ਉੱਥੇ ਪਹੁੰਚੇ, ਅਸੀਂ ਫਿਲਮ ਕਰ ਰਹੇ ਸੀਗੇ ਤੇ ਇੱਕ ਪਸ਼ਤੂਨ ਬੰਦਾ ਆਇਆ ਤੇ ਮੈਨੂੰ ਗਲਵਕੜੀ ਪਾ ਲਈ ਉਹਨੇ, ਤੇ ਪਸ਼ਤੋ ਚ ਮੈਨੂੰ ਕਹਿੰਦਾ ਹੈ ਵਾਪਸ ਆ ਜਾ ਹੁਣ ਤੂੰ। ਮੈਨੂੰ ਤੇ ਨਹੀਂ ਕਹਿ ਰਿਹਾ, ਉਹ ਸਾਡੀ ਕਮਿਊਨਿਟੀ ਨੂੰ ਕਹਿ ਰਿਹਾ, ਤੁਸੀਂ ਵਾਪਸ ਆ ਜਾਓ ਤੇ ਆ ਕੇ ਇੱਥੇ ਉਹ ਗੁਰਦੁਆਰਾ ਫਿਰ ਤੋਂ ਕਾਇਮ ਕਰੋ ਜਿੱਥੇ ਮੈਂ ਬਚਪਨ ਵਿੱਚ ਲੰਗਰ ਖਾਂਦਾ ਸੀਗਾ। ਇਹ ਉਹਨੇ ਬੜੀ ਵੱਡੀ ਗੱਲ ਕਰ ਦਿੱਤੀ ਕਿ ਉਹਨੂੰ ਅੱਜ ਵੀ ਯਾਦ ਹੈ ਕਿ ਇੱਥੇ ਗੁਰਦੁਆਰਾ ਸੀਗਾ ਜਿੱਥੇ ਮੈਂ ਐਜ਼ ਅ ਮੁਸਲਿਮ ਜਾ ਕੇ ਲੰਗਰ ਖਾਂਦਾ ਸੀਗਾ। ਉਹ ਚਾਹੁੰਦਾ ਹੈ ਕਿ ਉਹ ਪ੍ਰਤੀਕ ਸਾਂਝੀਵਾਲਤਾ ਵਾਲਾ ਫਿਰ ਕਾਇਮ ਹੋ ਜਾਏ। ਕਹਿੰਦਾ ਹੈ ਬਹੁਤ ਅਸੀਂ ਅਫਗਾਨਿਸਤਾਨ ਵਿੱਚ ਮਾਰਾ ਮਾਰੀ ਹੁਣ ਵੇਖ ਲਈ, ਤੁਸੀਂ ਆ ਕੇ ਸਾਡੇ ਅੱਗੇ ਫਿਰ ਉਸ ਗੁਰਦੁਆਰੇ ਨੂੰ ਕਾਇਮ ਕਰੋ। ਜਦੋਂ ਅਸੀਂ ਬੰਗਲਾਦੇਸ਼ ਪਹੁੰਚੇ, ਨਾਨਕ ਸ਼ਾਹ ਦਰਬਾਰ ਢਾਕਾ ਦੇ ਅੰਦਰ ਫਰਾਈਡੇ ਵਾਲੇ ਦਿਨ ਜਿਹੜਾ ਲੰਗਰ ਚੱਲਦਾ ਹੈ, ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ ਅੱਜ ਉੱਥੇ ਸਿੱਖ, ਜਿਸ ਤਰ੍ਹਾਂ ਅਸੀਂ ਪੰਜਾਬ ਦੇ ਦਾਇਰੇ 'ਚ ਖਾਲਸਾ ਟ੍ਰੈਡੀਸ਼ਨ ਨੂੰ ਮੰਨਦੇ ਹਾਂ, ਉਹਨਾਂ ਕੋਲ ਨਹੀਂ ਹੈ, ਨਾਨਕ ਪੰਥੀਆਂ ਕੋਲ ਹੈ। ਪਾਰੇਸ਼ ਲਾਲ ਜਿਨ੍ਹਾਂ ਦੀ 3 ਜਨਰੇਸ਼ਨ ਪਹਿਲੇ ਹਰਿਆਣਾ ਤੋਂ ਗਏ ਸੀਗੇ, ਉਹ ਪੂਰੇ ਗੁਰਦੁਆਰੇ ਦੀ ਦੇਖ ਰੇਖ ਕਰਦੇ ਨੇ। ਤੇ ਜਿਹੜੇ ਫਰਾਈਡੇ ਵਾਲੇ ਦਿਨ ਹਫਤੇ ਦੇ ਹਫਤੇ ਜਿਹੜਾ ਲੰਗਰ ਉੱਥੇ ਹੁੰਦਾ ਹੈ, ਉਸ ਲੰਗਰ ਦੇ ਵਿੱਚ 95% ਲੰਗਰ ਦੇ ਹਾਲ ਵਿੱਚ 3 ਵਾਰੀ ਲੰਗਰ ਖਿਲਾਇਆ ਜਾਂਦਾ ਹੈ। ਮੇਰੇ ਹਿਸਾਬ ਨਾਲ 1000 ਤੋਂ ਉੱਪਰ ਲੋਕ ਲੰਗਰ ਛਕ ਕੇ ਜਾਂਦੇ ਨੇ ਫਰਾਈਡੇ ਵਾਲੇ ਦਿਨ, ਜਿਹਦੇ ਵਿੱਚੋਂ 95% ਲੋਕ ਜਿਹੜੇ ਨੇ ਉਹ ਮੁਸਲਮਾਨ ਨੇ ਤੇ 5% ਹੋਣਗੇ ਜਿਹੜੇ ਕੁਝ ਚੰਦ ਸਿੱਖ ਤੇ ਬਾਕੀ ਹਿੰਦੂ। ਮੈਨੂੰ ਉਹ ਸਾਂਝੀਵਾਲਤਾ ਦਾ ਪ੍ਰਤੀਕ ਉੱਥੇ ਨਜ਼ਰ ਆਉਂਦਾ ਹੈ ਕਿ ਜਦੋਂ ਇੱਕ ਮੁਸਲਮਾਨ ਵੀ ਗੁਰਦੁਆਰੇ 'ਚ ਆ ਕੇ ਇਤਨੀ ਵੱਡੀ ਤਾਇਦਾਦ ਦੇ ਅੰਦਰ ਆ ਕੇ ਆਪਣਾ ਇੱਕ ਫਰਜ਼ ਸਮਝਦੇ ਨੇ ਕਿ ਅਸੀਂ ਫਰਾਈਡੇ ਦੇ ਵਾਲੇ ਦਿਨ ਆ ਕੇ ਲੰਗਰ ਛਕੀਏ। ਮੈਨੂੰ ਕਾਫੀ ਵਾਰੀ ਲੋਕ ਪੁੱਛਦੇ ਨੇ ਤੁਸੀਂ ਇਤਨਾ ਕੁਝ ਕੰਮ ਕਰ ਲਿਆ ਹੈ ਇਤਨੇ ਛੋਟੇ ਟਾਈਮ ਦੇ ਅੰਦਰ, ਤੁਹਾਡੀ ਕਿਤਾਬਾਂ ਸਾਰੇ ਤੱਕ ਨਹੀਂ ਪਹੁੰਚ ਪਾ ਰਹੀ ਕਿਉਂਕਿ ਇਸ ਦਾ ਗੁਰਮੁਖੀ ਵਿੱਚ ਤੇ ਹਿੰਦੀ ਵਿੱਚ ਤਰਜੁਮਾ ਜਾਂ ਉਰਦੂ ਵਿੱਚ ਹੋਣਾ, ट्रांसलेशन होनी बहुत ज़रूरी है। इन्ने सालों के अंदर मैं अपील कर करके थक गया, आज तक कोई ऑर्गेनाइजेशन अगे नहीं आई है जो कहे कि मैं इस खजाने नू गुरमुखी विच हिंदी विच ट्रांसलेट करके ज़्यादा लोगों तक पहुँचावांगा या पहुँचाइए असी, बजाय कि असी संगमरमर ते सोने दे उत्ते पैसा लाइए। इहो जी कोई ऑर्गेनाइजेशन नहीं आई है। मैनू महसूस होंदा है क्योंकि निराश नहीं होना चाहना, मैं पॉजिटिव एटीट्यूड रखना चाहना क्योंकि असी इतना काम पॉजिटिव होके कीता है। बड़ी अड़चना आईयां ने, बहुत लाइव रिस्क आईयां ने, फाइनैंशियल हर्डल्स आईयां ने। 4 सालों के अंदर 2 किताबां करन तो बाद, 2 डॉक्यूमेंटरी पाकिस्तान की करन तो बाद जदों इस प्रोजेक्ट ते असी आए हाँ गुरु नानक ट्रैवल्स डॉक्यूमेंटरी के अंदर, इहदा नाम है एलेगरी अ टैपेस्ट्री ऑफ गुरु नानक ट्रैवल। एलेगरी का मतलब होंदा है एक राज वाली गल, एक छुपी हुई गल, और टैपेस्ट्री ऑफ गुरु नानक ट्रैवल होंदा है एक माला, एक पिरोई हुई एक फैब्रिक गुरु नानक के ट्रैवल्स के बारे। गुरु नानक का ट्रैवल तो एक बहाना है और राज की गल दसन वास्ते जिहदे अंदर गुरु नानक के फलसफे नूं असी इस डॉक्यूमेंटरी के रूप में रख के जाना चाहते हैं, क्योंकि मैं इसनूं अपना रिस्पॉन्सिबिलिटी समझना, क्योंकि अगर मैनूं रब ने मौका दिता है
ਅੱਜ 550 ਸਾਲ ਵਿੱਚ ਦੇ ਬਾਅਦ ਉਸ ਜਨਮ ਸਾਖੀਆਂ ਦੇ ਬੇਸ ਤੇ, ਉਸ ਓਰਲ ਟ੍ਰੈਡੀਸ਼ਨਸ ਦੇ ਬੇਸ ਵਿੱਚ ਇੱਕ ਨਵਾਂ ਫਾਰਮ ਫੈਕਟਰ ਕ੍ਰੀਏਟ ਕਰਨਾ, ਤਾਂ ਕਿ ਅਗਲੀ ਪਨੀਰੀ ਆਡੀਓ ਵਿਜ਼ੂਅਲ ਫਾਰਮੈਟ ਦੇ ਵਿੱਚ ਇਹਨੂੰ ਅੱਗੇ ਸਮਝੇਗੀ। ਤੇ ਇੱਕ ਬੜੀ ਵੱਡੀ ਰਿਸਪੌਂਸਿਬਿਲਿਟੀ ਦੀ ਸਾਡੇ ਉੱਤੇ, ਸ਼ੋਲਡਰਸ ਦੇ ਉੱਤੇ ਆ ਜਾਂਦੀ ਗੱਲ ਕਿ ਅਸੀਂ ਅੱਜ ਜੋ ਬਣਾ ਕੇ ਜਾਵਾਂਗੇ ਉਹ ਕੀ ਮਿਥਿਹਾਸ ਹੋਏਗਾ, ਕਿ ਉਹ ਫਲਸਫੇ ਦੇ ਉੱਤੇ ਕਾਇਮ ਹੋਏਗਾ, ਤਾਂ ਕਿ ਅਗਲੀ 1000 ਵਰਸ਼ ਦੀ ਪਨੀਰੀ ਕਹੇ ਕਿ ਅਸੀਂ ਇਸ ਨੂੰ ਦੇਖ ਕੇ ਆਪਣੇ ਫਿਲਾਸਫੀ ਨੂੰ, ਬਾਬਾ ਨਾਨਕ ਦੀ ਫਿਲਾਸਫੀ ਨੂੰ ਸਮਝੀਏ। ਤੇ ਇਸ ਚੀਜ਼ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਬੜੀ ਕੇਅਰਫੁਲੀ ਸਬਜੈਕਟ ਨੂੰ ਲੈ ਰਹੇ ਹਾਂ, ਕਿਉਂਕਿ ਰਾਜ ਦੀ ਗੱਲ, ਐਲੇਗਰੀ, ਰਾਜ ਦੀ ਗੱਲ ਨੂੰ ਦਰਸਾਉਣਾ ਇਹ ਕੋਈ ਆਸਾਨ ਕੰਮ ਨਹੀਂ ਹੈ। ਅਸੀਂ ਜਿਸ ਤਰ੍ਹਾਂ ਚੱਲੇ ਹਾਂ, ਅਸੀਂ ਵੇਖਦੇ ਹਾਂ ਕਿ ਬਾਬਾ ਨਾਨਕ ਨੂੰ ਅਸੀਂ ਅੱਜ ਸੀਮਿਤ ਕਰਕੇ ਰੱਖ ਦਿੱਤਾ ਹੈ, ਮੂਰਤੀਆਂ ਵਿੱਚ, ਪਿਕਚਰਾਂ ਵਿੱਚ, ਫੋਟੋਆਂ ਵਿੱਚ, ਗਾਣਿਆਂ ਵਿੱਚ। ਫਲਸਫੇ ਨੂੰ ਤਾਂ ਅਸੀਂ ਭੁੱਲ ਗਏ ਹਾਂ, ਉਸ ਐਲੇਗਰੀ, ਉਸ ਰਾਜ ਵਾਲੀ ਬਲ ਨੂੰ ਤਾਂ ਅਸੀਂ ਭੁੱਲ ਗਏ ਹਾਂ। ਸਾਨੂੰ ਤੇ ਇਸ ਡਾਕੂਮੈਂਟਰੀ ਦੇ ਥਰੂ ਜਿਹੜੀ ਸਾਡੀ ਰਿਸਪੌਂਸਿਬਿਲਿਟੀ ਹੈ, ਅਗਲੀ ਪਨੀਰੀ ਵਿੱਚ ਬਣਾ ਕੇ ਅਸੀਂ ਇੱਕ ਖੰਡੇ ਦੀ ਧਾਰ ਤੇ ਚੱਲ ਰਹੇ ਹਾਂ। ਇਹ ਬੜੀ ਵੱਡੀ ਰਿਸਪੌਂਸਿਬਿਲਿਟੀ ਲੈ ਕੇ ਚੱਲ ਰਹੇ ਹਾਂ। ਅਸੀਂ ਇਸ ਕਰਕੇ ਇਸ ਨੂੰ ਉਸ ਤਰੀਕੇ ਨਾਲ ਪੇਸ਼ ਕਰਨਾ ਹੈ ਜਿਹਦੇ ਅੰਦਰ ਅਗਲੀ ਪਨੀਰੀ ਇਸ ਨੂੰ ਐਕਸੈਪਟ ਕਰ ਸਕੇ, ਇਸ ਦੇ ਨਾਲ ਲੌਜੀਕਲੀ ਐਕਸੈਪਟ ਕਰ ਸਕੇ ਔਰ ਅੱਗੇ ਇਸ ਨੂੰ ਅਗਲੀ ਪਨੀਰੀ ਵਾਸਤੇ ਇੱਕ ਟ੍ਰੈਜਰ ਰੱਖ ਕੇ ਜਾ ਸਕੇ। ਗੁਰੂ ਨਾਨਕ ਸਾਹਿਬ, ਅੱਜ ਅਸੀਂ ਕੁਝ ਗੁਰਦੁਆਰੇ ਦੇ ਅੰਦਰ ਉਹਨਾਂ ਨੂੰ ਸਿਰਫ ਪੱਥਰਾਂ ਦੇ ਉੱਤੇ ਡੈਂਟ ਪਾਉਂਦੇ ਹੋਏ ਰੱਖ ਦਿੱਤਾ ਹੈ। ਉੱਥੇ ਜਿੱਥੇ ਬਹਿੰਦੇ ਨੇ ਕੰਡ ਦਾ ਨਿਸ਼ਾਨ ਪੈ ਜਾਂਦਾ ਹੈ, ਹੱਥਾਂ ਦਾ ਨਿਸ਼ਾਨ ਪੈ ਜਾਂਦਾ ਹੈ। ਕਿਸੇ ਥਾਂ ਤੇ ਜਾਂਦੇ ਨੇ, ਉੱਥੇ ਉਹਨਾਂ ਨੇ ਇੱਥੇ ਪਾਣੀ ਕੱਢ ਦਿੱਤਾ। ਜਿਹੜੀ ਥਾਂ ਤੇ ਜਾਂਦੇ ਨੇ ਉੱਥੇ ਪੇੜਾਂ ਦੇ ਉੱਤੇ ਕੁਝ ਹੋਰ ਚੀਜ਼ ਹੋ ਜਾਂਦੀ ਹੈ। ਇਹ ਚਮਤਕਾਰਾਂ ਵਾਲੀ ਗੱਲ, ਮੈਂ ਇਹਨਾਂ ਨੂੰ ਡਿਸਪਿਊਟ ਨਹੀਂ ਕਰ ਰਿਹਾ, ਲੇਕਿਨ ਗੱਲ ਇਹ ਹੈ ਕਿ ਉਹਨਾਂ ਦਾ ਪਾਵਰ ਤੇ ਸ਼ਬਦ ਵਿੱਚ ਸੀਗਾ। ਉਹ ਸ਼ਬਦ ਜਿਹਦੀ ਡੂੰਗੀ ਸੱਟ ਹਿਰਦੇ ਵਿੱਚ ਆ ਕੇ ਪੈਂਦੀ ਸੀਗੀ, ਤੇ ਜਿਹੜੀ ਹਉਮੈ ਹੈ, ਹਉਮੈ ਦੇ ਅੰਦਰ ਡੈਂਟ ਪਾ ਦੇਣਾ, ਗੱਲ ਤੇ ਅਸੀਂ ਉਸ ਦੀ ਕਰਨੀ ਹੈ। ਕਿਉਂਕਿ ਗੁਰੂ ਨਾਨਕ ਕਿੱਥੇ ਚਲੇ ਉਹ ਉਹਨਾਂ ਨੂੰ ਹੀ ਪਤਾ ਹੈ, ਸਿਰਫ ਕਿਸੇ ਨੂੰ ਨਹੀਂ ਪਤਾ। ਕੋਈ ਕਹਿ ਦੇ ਵੀ ਕਿ ਗੁਰੂ ਨਾਨਕ ਇੱਥੇ ਗਏ ਨੇ, ਮੈਂ ਇਹ ਕਹਿ ਸਕਣਾ ਅਸੀਂ ਡਾਕੂਮੈਂਟਰੀ ਬਣਾ ਰਹੇ ਨੇ, ਅਸੀਂ ਕਹਿੰਦੇ ਹਾਂ ਸਾਨੂੰ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ, ਕਿਉਂਕਿ men of faith have written about him after his life। ਗੁਰੂ ਨਾਨਕ ਸਾਹਿਬ ਨੇ ਤਾਂ ਕੁਝ ਨਹੀਂ ਲਿਖਿਆ। ਤੇ ਗੁਰੂ ਨਾਨਕ ਦੀ ਬਾਣੀ ਵਿੱਚੋਂ ਜੀਵਨ ਜਾਂਚ ਨੂੰ ਅੱਗੇ ਰੱਖਦੇ ਹੋਏ ਸਫ਼ਰ ਦੇ ਬਹਾਨੇ ਅਸੀਂ ਰੈਸ਼ਨਲੀ, ਲੌਜੀਕਲੀ ਉਹ ਚੀਜ਼ਾਂ ਰੱਖਣੀ ਅੱਗੇ, ਜਿਹੜੀ ਕਿ ਅਗਲੀ ਪਨੀਰੀ ਅੱਜ ਮਿਥਿਹਾਸ ਵਿੱਚ ਵਿਸ਼ਵਾਸ ਨਹੀਂ ਕਰਦੀ ਹੈ। ਉਹਨਾਂ ਨੂੰ ਬਾਣੀ ਦੀ ਜ਼ੋਰ ਦੇ ਨਾਲ ਉਹ ਚੀਜ਼ਾਂ ਸਮਝਾਣੀਆਂ ਨੇ ਜੋ ਗੁਰੂ ਨਾਨਕ ਦੇ ਸਫ਼ਰ ਦੇ ਬਹਾਨੇ ਅਸੀਂ ਇੱਕ ਫਲਸਫੇ ਨੂੰ ਅੱਗੇ ਰੱਖਣਾ ਹੈ, ਇੱਕ ਸਾਂਝੀਵਲਤਾ ਦੇ ਫਲਸਫੇ ਨੂੰ। ਕਿਉਂਕਿ ਸਭ ਤੋਂ ਵੱਡੀ ਜਿਹੜੀ ਠੇਸ ਪਈ ਹੈ ਮੇਰੇ ਹਿਸਾਬ ਦੇ ਨਾਲ ਗੁਰੂ ਨਾਨਕ ਦੇ ਫਲਸਫੇ ਵਿੱਚ, ਉਹ ਮੈਂ ਇੱਥੇ ਇੱਕ ਗੱਲ ਨਾਲ ਮੁਕਾਉਣਾ ਚਾਹਣਾ। ਗੁਰੂ ਨਾਨਕ ਨੇ ਲਿਖਿਆ ਪਹਿਲਾ ਸ਼ਬਦ ਇੱਕ, ਔਰ ਇੱਕ ਉਹ ਹੈ ਕਿ ਪੂਰੀ ਸ੍ਰਿਸ਼ਟੀ ਜਿਹੜੀ ਹੈ ਉਹ ਇੱਕੋ ਹੀ ਹੈ। ਇਸ ਨੂੰ ਅਸੀਂ ਅਗਰ ਇੰਗਲਿਸ਼ ਵਿੱਚ ਕਹੀਏ ਤੇ ਸਿੱਖੀਜ਼ਮ ਇਜ਼ ਨਾਟ ਅ ਮੋਨੋਥੀਸਟਿਕ ਰਿਲੀਜਨ, ਸਿੱਖੀਜ਼ਮ ਇਜ਼ ਅ ਰਿਲੀਜਨ ਆਫ ਮੋਨਿਜ਼ਮ। ਬਹੁਤ ਫਰਕ ਹੈ। ਜਿਸ ਦਿਨ ਅਸੀਂ ਅਗਰ ਇੰਗਲਿਸ਼ ਟ੍ਰਾਂਸਲੇਸ਼ਨ ਦੇ ਅੰਦਰ ਇਹ ਨਵਾਂ ਵਰਡ ਯੂਜ਼ ਕਰਨ ਲੱਗ ਜਾਵਾਂਗੇ, ਮੋਨਿਜ਼ਮ, ਐਂਡ ਨਾਟ ਇੰਟਰੋਡਿਊਸ ਸਿੱਖੀਜ਼ਮ ਐਜ਼ ਮੋਨੋਥੀਸਟਿਕ, ਉਸ ਦਿਨ ਸ਼ਾਇਦ ਸਾਨੂੰ ਸਮਝ ਵਿੱਚ ਆਉਣ ਲੱਗ ਜਾਏ ਕਿ ਅਸੀਂ ਤੇ ਸ੍ਰਿਸ਼ਟੀ ਔਰ ਰੱਬ ਇੱਕ ਹੈ। ਅਗਰ ਸ੍ਰਿਸ਼ਟੀ ਔਰ ਰੱਬ ਇੱਕ ਹੈ ਤੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨ, ਬੋਧੀ, ਮੇਲ, ਫੀਮੇਲ, ਸਾਰਾ ਕੁਝ ਇੱਕੋ ਹੀ ਹੈ। ਤੇ ਇਸ ਪੂਰੇ ਗੁਰੂ ਨਾਨਕ ਦੇ ਸਫ਼ਰ ਦੇ ਅੰਦਰ ਜਿਹੜੀ ਵਨਨੈਸ ਦੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ, ਸਾਂਝੀਵਲਤਾ ਦੀ ਗੱਲ ਕਰਨਾ ਚਾਹੁੰਦੇ ਹਾਂ, ਉਹ ਮੇਨ ਮੁੱਦਾ ਹੈ। ਸਫ਼ਰ ਤੇ ਸਿਰਫ ਇੱਕ ਬਹਾਨਾ ਹੀ ਹੈ।